हाँ जी राजे BSc 1 नॉन मैडिकल ਅਤੇ BA 1 मैथमैटिक्स ਦੇ स्टूडेंट्स अपना कैल अलजबरा एंड ट्रिग्नोमैट्रिक ਦੀ बुक ਦੇ ਵਿੱਚੋਂ रैंक वाला टॉपिक चल रहा ਸੀਗਾ ਜਿਹਦੇ ਵਿੱਚ दो मैथड ਸੀਗੇ। एक ਤਾਂ ਸੀ रैंक बाय डिटरमिनेंट मैथड ਜਿਹੜਾ ਆਪਾਂ ਨੇ ਆਲਮੋਸਟ ਪੂਰਾ ਕਰ ਲਿਆ ਸੀ। ਨੈਕਸਟ ਟੌਪਿਕ ਚੱਲ ਰਿਹਾ ਸੀਗਾ ਰੈਂਕ ਬਾय ਯੂਜ਼ਿੰਗ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ। ਇਹ ਵੀ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਲਿਆ ਸੀ। ਅੱਜ ਆਪਾਂ ਦੋਨਾਂ ਦਾ ਰਿਵਿਊ ਕਰਦੇ ਹਾਂ, ਸਮਿੰਗ ਅਪ ਕਰਦੇ ਹਾਂ ਇਸ ਚੈਪਟਰ ਨੂੰ, ਇਸ ਟੌਪਿਕ ਨੂੰ। ਪਹਿਲਾਂ ਤਾਂ ਮੈਂ ਰੈਂਕ ਬਾय ਯੂਜ਼ਿੰਗ ਡਿਟਰਮੀਨੈਂਟ ਮੈਥਡ ਦਾ 5 ਮਿੰਟ ਦੇ ਵਿੱਚ ਰਿਵਿਊ ਕਰਦਾ। ਰੈਂਕ ਬਾय ਯੂਜ਼ਿੰਗ ਡਿਟਰਮੀਨੈਂਟ ਮੈਥਡ ਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਕੋਈ ਸਕੁਅਰ ਮੈਟ੍ਰਿਕਸ ਹੈ। ਪਹਿਲਾਂ ਤਾਂ ਆਪਾਂ ਉਹਦਾ ਆਰਡਰ ਨੋਟ ਕਰਦੇ ਹਾਂ, ਦੂਸਰੇ ਨੰਬਰ ਤੇ ਉਹਦਾ ਡਿਟਰਮੀਨੈਂਟ ਸੋਲਵ ਕਰਦੇ ਹਾਂ। ਡਿਟਰਮੀਨੈਂਟ ਜੇ ਮੈਟ੍ਰਿਕਸ ਦਾ ਨॉन ਜ਼ੀਰੋ ਆਉਂਦਾ ਤਾਂ ਜਿੰਨਾ ਮੈਟ੍ਰਿਕਸ ਦਾ ਆਰਡਰ ਆ ਉਨਾ ਹੀ ਮੈਟ੍ਰਿਕਸ ਦਾ ਰੈਂਕ ਆ ਜਾਂਦਾ ਸੀ। ਕੇਸ ਨੰਬਰ 2 ਦੇ ਵਿੱਚ ਜੇ ਮੈਟ੍ਰਿਕਸ ਦਾ ਬਾਈ ਚਾਂਸ ਡਿਟਰਮੀਨੈਂਟ ਜ਼ੀਰੋ ਆਉਂਦਾ ਸੀ ਤਾਂ ਇੱਥੇ ਦੋ ਗੱਲਾਂ ਸਪਸ਼ਟ ਹੋ ਜਾਂਦੀਆਂ ਸੀ ਕਿ ਜਿੰਨਾ ਮੈਟ੍ਰਿਕਸ ਦਾ ਆਰਡਰ ਰੈਂਕ ਉਨਾ ਨਹੀਂ ਆਉਂਦਾ, ਰੈਂਕ ਮੈਟ੍ਰਿਕਸ ਦੇ ਆਰਡਰ ਤੋਂ ਲੈਸ ਆਉਂਦਾ ਸੀ, ਸਟ੍ਰਿਕਟਲੀ ਲੈਸ ਆਉਂਦਾ ਸੀ। ਸੋ ਮੈਟ੍ਰਿਕਸ ਦਾ ਰੈਂਕ ਉਹਦੇ ਆਰਡਰ ਤੋਂ ਲੈਸ ਦੈਨ ਇਕੁਅਲ ਟੂ ਆਉਂਦਾ ਸੀ, ਲੈਸ ਦੈਨ ਆਉਂਦਾ ਸੀ ਸਟ੍ਰਿਕਟਲੀ, ਜਾਂ ਕਹਿ ਸਕਦੇ ਸੀ ਕਿ ਲੈਸ ਦੈਨ ਇਕੁਅਲ ਟੂ ਆਉਂਦਾ ਹੈ। ਸੋ ਇਸ ਕੇਸ ਦੇ ਵਿੱਚ ਜਿੰਨਾ ਮੈਟ੍ਰਿਕਸ ਦਾ ਆਰਡਰ ਹੈ ਉਹ ਤੋਂ ਲੈਸ ਦੈਨ ਇਕੁਅਲ ਟੂ ਦੇ ਆਪਾਂ ਨੇ ਮਾਈਨਰ ਪਤਾ ਕਰਨੇ ਆ। ਇੱਕ ਰੋ ਇੱਕ ਕਾਲਮ ਡਿਲੀਟ ਕਰਕੇ ਆਪਾਂ ਨੇ ਉਹਦੇ ਮਾਈਨਰ ਪਤਾ ਕਰਨੇ ਆ। ਜੇ ਮੈਟ੍ਰਿਕਸ ਦਾ ਆਰਡਰ ਸੀ n ਕ੍ਰੋਸ n ਦਾ ਤਾਂ ਹੁਣ ਆਪਾਂ ਨੇ n-1 ਕ੍ਰੋਸ n-1 ਦੇ ਸਾਰੇ ਮਾਈਨਰ ਪਤਾ ਕਰਨੇ ਆ। ਸਮਝ ਲੱਗ ਰਹੀ ਹੈ ਗੱਲਬਾਤ? ਜੇ ਮੈਟ੍ਰਿਕਸ 4x4 ਦੀ ਸੀ ਤਾਂ 3 ਕ੍ਰੋਸ 3 ਦੇ ਸਾਰੇ ਮਾਈਨਰ ਪਤਾ ਕਰਨੇ ਆ। ਤਾਂ ਟਰਨ ਬਾਈ ਟਰਨ ਹੁਣ ਇਹਨਾਂ ਸਾਰੇ ਮਾਈਨਰਸ ਦਾ ਡਿਟਰਮੀਨੈਂਟ ਪਤਾ ਕਰਨਾ। ਜੇ ਰਸਤੇ ਦੇ ਵਿੱਚ ਕਿਸੇ ਵੀ ਇੱਕ ਮਾਈਨਰ ਦਾ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ ਤਾਂ ਹੁਣ ਮਾਈਨਰ ਦਾ ਡਿਟਰਮੀਨੈਂਟ ਮਾਈਨਰ ਸੀਗਾ n-1 ਕ੍ਰੋਸ n-1 ਦਾ, ਇਹਦਾ ਜੇ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ ਤਾਂ ਮੇਨ ਮੈਟ੍ਰਿਕਸ ਦਾ ਰੈਂਕ ਕਿੰਨਾ ਆ ਜਾਏਗਾ? n-1। ਜੇ ਬਾਈ ਚਾਂਸ ਇੱਥੇ ਵੀ ਸਾਰੇ ਮਾਈਨਰਸ ਜਿਨ੍ਹਾਂ ਦਾ ਡਿਟਰਮੀਨੈਂਟ n-1 ਕ੍ਰੋਸ n-1 ਸੌਰੀ ਜਿਨ੍ਹਾਂ ਦਾ ਆਰਡਰ n-1 ਕ੍ਰੋਸ n-1 ਹੈ, ਜੇ ਸਾਰਿਆਂ ਦਾ ਡਿਟਰਮੀਨੈਂਟ ਨॉन ਜ਼ੀਰੋ ਆ ਰਿਹਾ ਬਾਈ ਚਾਂਸ, ਜੇ ਸਾਰਿਆਂ ਦਾ ਡਿਟਰਮੀਨੈਂਟ ਜ਼ੀਰੋ ਆ ਰਿਹਾ ਤਾਂ ਉੱਪਰ ਵਾਲਾ ਕੇਸ ਹੀ ਇੱਥੇ ਲਾਗੂ ਹੁੰਦਾ। ਤਾਂ ਇਸ ਕੇਸ ਦੇ ਵਿੱਚ ਵੀ ਮੈਟ੍ਰਿਕਸ ਦਾ ਡਿਟਰਮੀਨੈਂਟ ਹੈ ਜਿਹੜਾ ਨॉन ਜ਼ੀਰੋ ਆ ਰਿਹਾ n-1 ਕ੍ਰੋਸ n-1 ਵਾਲਿਆਂ ਦਾ, ਤਾਂ ਮੈਟ੍ਰਿਕਸ ਦਾ ਜਿਹੜਾ ਰੈਂਕ ਆ ਉਹ n-1 ਨਹੀਂ ਹੋ ਸਕਦਾ। ਮੈਟ੍ਰਿਕਸ ਦਾ ਜਿਹੜਾ ਰੈਂਕ ਆ ਉਹ n-1 ਤੋਂ ਸਟ੍ਰਿਕਟਲੀ ਲੈਸ ਹੋਏਗਾ, ਜਾਂ ਕੀ ਕਹਿ ਸਕਦੇ ਹੋ ਲੈਸ ਦੈਨ ਇਕੁਅਲ ਟੂ n-2 ਹੋਏਗਾ। ਇਸ ਤਰੀਕੇ ਨਾਲ ਤੁਸੀਂ ਇੱਕ ਇੱਕ ਸਟੈਪ ਨੀਚੇ ਆਉਂਦੇ ਰਹਿਣਾ ਆ। ਸਮਝ ਲੱਗ ਰਹੀ ਹੈ ਗੱਲਬਾਤ? ਜਿੱਥੇ ਜਾ ਕੇ ਕਿਸੇ ਮਾਈਨਰ ਦਾ ਆਰਡਰ ਕਿਸੇ ਵੀ ਆਰਡਰ ਤੇ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ ਤਾਂ ਜਿੰਨਾ ਉਸ ਮਾਈਨਰ ਦਾ ਆਰਡਰ ਹੋਏਗਾ ਉਨਾ ਹੀ ਮੇਨ ਮੈਟ੍ਰਿਕਸ ਦਾ ਰੈਂਕ ਹੋਏਗਾ। ਇਹ ਪ੍ਰੋਸੈਸ ਇੱਕ ਇੱਕ ਸਟੈਪ ਨੀਚੇ ਆਉਂਦਾ ਹੈ। ਇਹ ਸੀਗਾ ਪ੍ਰੋਸੈਸ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ। ਇਹਦੇ ਨਾਲ ਦੀਆਂ ਐਗਜ਼ਾਮਪਲਸ ਬਹੁਤ ਆ ਜਾਂਦੀਆਂ ਨੇ ਕਿ ਮੈਟ੍ਰਿਕਸ ਦਾ ਜੀ ਰੈਂਕ ਇੰਨਾ ਆ, ਜਾਂ ਮੈਟ੍ਰਿਕਸ ਦਾ ਰੈਂਕ ਇਹਦੇ ਲੈਸ ਦੈਨ ਇਕੁਅਲ ਟੂ ਆ, ਜਾਂ ਇਹ ਤੋਂ ਲੈਸ ਦੈਨ ਆ, ਇੰਨੇ ਦੇ ਬਰਾਬਰ ਆ। ਤੁਸੀਂ ਇਸ ਮੈਟ੍ਰਿਕਸ ਦੇ ਵਿੱਚੋਂ x ਦੀ ਵੈਲਿਊ ਜਾਂ a ਦੀ ਵੈਲਿਊ ਜਾਂ k ਦੀ ਵੈਲਿਊ ਜਾਂ ਲੈਮਡਾ ਦੀ ਵੈਲਿਊ ਪਤਾ ਕਰੋ। ਤਾਂ ਜਿਹਦੇ ਬਾਰੇ ਰੈਂਕ ਦਿੱਤਾ ਹੋਇਆ ਆ ਉਸ ਰੈਂਕ ਤੋਂ ਤੁਸੀਂ ਅੰਦਾਜ਼ਾ ਲਗਾਉਣਾ ਆ ਕਿ ਮੈਟ੍ਰਿਕਸ ਦਾ ਰੈਂਕ ਇਹ ਤੋਂ ਲੈਸ ਦੈਨ ਕਿਹਾ ਗਿਆ, ਇਹ ਤੋਂ ਲੈਸ ਦੈਨ ਇਕੁਅਲ ਟੂ ਕਿਹਾ ਗਿਆ। ਉੱਥੋਂ ਤੁਸੀਂ ਐਸਟੀਮੇਟ ਲਗਾਉਣਾ ਆ ਕਿ ਮੈਟ੍ਰਿਕਸ ਦਾ ਰੈਂਕ 0 ਦੇ ਬਰਾਬਰ ਕਿਹਾ ਗਿਆ ਜਾਂ ਮੈਟ੍ਰਿਕਸ ਦਾ ਰੈਂਕ ਨॉन ਜ਼ੀਰੋ ਕਿਹਾ ਗਿਆ। ਉਸ ਤੋਂ ਬਾਅਦ ਤੁਸੀਂ ਦਿੱਤੇ ਹੋਏ ਪੈਰਾਮੀਟਰ ਦੀ ਵੈਲਿਊ ਪਤਾ ਕਰਨੀ ਆ। ਇਹਦੇ ਨਾਲ ਦੀਆਂ ਕਾਫੀ ਸਾਰੀਆਂ ਐਗਜ਼ਾਮਪਲਸ ਨੇ। ਆਪਾਂ ਚੈਪਟਰ ਪੂਰਾ ਕਰਨ ਤੋਂ ਬਾਅਦ ਉਹਨਾਂ ਐਗਜ਼ਾਮਪਲਸ ਬਾਰੇ ਡਿਸਕਸ ਕਰਾਂਗੇ। ਠੀਕ ਹੈ, ਇਹ ਸੀਗਾ ਆਪਣਾ ਇਹ ਸੈਕਿੰਡ ਲਾਸਟ ਚੈਪਟਰ ਦੀ ਗੱਲ। ਜਿਸ ਦਿਨ ਆਪਾਂ ਨੇ ਰੈਂਕ ਵਾਲਾ ਚੈਪਟਰ ਸਟਾਰਟ ਕਰਿਆ ਸੀ ਉਸ ਦਿਨ ਕੀਤਾ ਸੀ। ਇਹ ਤੋਂ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਕਿ ਰੈਂਕ ਬਾय ਯੂਜ਼ਿੰਗ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ। ਸਿੰਗੂਲਰ ਮੈਟ੍ਰਿਕਸ ਹੁੰਦੀ ਆ ਜਿਹਦਾ ਡਿਟਰਮੀਨੈਂਟ ਜ਼ੀਰੋ ਹੋਵੇ, ਨॉन ਸਿੰਗੂਲਰ ਮੈਟ੍ਰਿਕਸ ਹੁੰਦੀ ਆ ਜਿਹਦਾ ਡਿਟਰਮੀਨੈਂਟ ਨॉन ਜ਼ੀਰੋ ਹੋਵੇ।
ਇਸ ਤੋਂ ਬਾਅਦ ਆਪਾਂ ਨੇ ਗੱਲ ਕੀਤੀ ਸੀ ਕਿ ਇਹ ਤੋਂ ਪ੍ਰੀਵੀਅਸ ਲੈਕਚਰ ਦੇ ਵਿੱਚ ਰੈਂਕ ਬਾਈ ਯੂਜ਼ਿੰਗ ਐਲੀਮੈਂਟਰੀ ਰੋ ਟਰਾਂਸਫਰਮੇਸ਼ਨ ਮੈਥਡ, ਜਿਹਦੇ ਵਿੱਚ ਆਪਾਂ ਨੇ ਕੀ ਕੰਮ ਕਰਨਾ ਹੁੰਦਾ ਸੀ। ਮੈਂ ਪਹਿਲਾਂ ਓਵਰਆਲ ਦੱਸ ਦਿੰਦਾ। ਹਰੇਕ ਡਾਇਗਨਲ ਐਲੀਮੈਂਟ ਨੂੰ 1 ਬਣਾਉਣਾ, ਉਸ 1 ਦੇ ਨੀਚੇ ਤੇ ਉੱਪਰ ਜ਼ੀਰੋਜ਼ ਬਣਾਉਣੇ ਹੁੰਦਾ। ਠੀਕ ਹੈ। ਸਭ ਤੋਂ ਫਸਟ ਸਟੈਪ ਕੀ ਸੀਗਾ? ਫਸਟ ਡਾਇਗਨਲ ਐਲੀਮੈਂਟ ਨੂੰ ਚੈੱਕ ਕਰੋ ਕਿ ਕੀ ਉਹ ਨੋਨ ਜ਼ੀਰੋ ਹੈ ਜਾਂ ਜ਼ੀਰੋ ਹੈ। ਜੇ ਫਸਟ ਡਾਇਗਨਲ ਐਲੀਮੈਂਟ ਜ਼ੀਰੋ ਆ ਤਾਂ ਉਹਦੇ ਫੋਲੋਇੰਗ ਨੀਚੇ ਪਈ ਹੋਈ ਕਿਸੇ ਰੋ ਨੂੰ ਇੰਟਰਚੇਂਜ ਕਰਕੇ, ਕਿਸੇ ਵੀ ਰੋ ਨੂੰ ਇੰਟਰਚੇਂਜ ਕਰਕੇ ਤੁਸੀਂ ਪਹਿਲਾ ਡਾਇਗਨਲ ਐਲੀਮੈਂਟ ਨੋਨ ਜ਼ੀਰੋ ਬਣਾਉਣਾ। ਕਿਸੇ ਵੀ ਰੋ ਨੂੰ ਇੰਟਰਚੇਂਜ ਕਰ ਸਕਦੇ ਹੋ। ਜੇ ਬਾਈ ਚਾਂਸ ਪਹਿਲਾ ਡਾਇਗਨਲ ਐਲੀਮੈਂਟ ਆਲਰੇਡੀ ਨੋਨ ਜ਼ੀਰੋ ਆ ਤਾਂ ਆਪਾਂ ਨੂੰ ਇਹ ਸਟੈਪ ਇੰਟਰਚੇਂਜ ਵਾਲਾ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ। ਦੂਜਾ ਸਟੈਪ ਕੀ ਹੈ? ਜਦੋਂ ਤੁਹਾਡਾ ਫਸਟ ਡਾਇਗਨਲ ਐਲੀਮੈਂਟ ਮੀਨਿੰਗ ਪਹਿਲੀ ਰੋ ਦਾ ਪਹਿਲਾ ਐਲੀਮੈਂਟ, ਜਿਹਨੂੰ ਆਪਾਂ A11 ਕਹਿੰਦੇ ਆ, A ਦੇ ਇੰਡੈਕਸ 11 ਦਾ ਮਤਲਬ ਪਹਿਲੀ ਰੋ ਦਾ ਪਹਿਲਾ ਐਲੀਮੈਂਟ ਨੋਨ ਜ਼ੀਰੋ ਆ, ਤਾਂ ਤੁਹਾਡਾ ਸੈਕਿੰਡ ਸਟੈਪ ਕੀ ਬਣਦਾ? ਇਸ A11 ਦੀ ਜਗ੍ਹਾ ਤੇ ਤੁਸੀਂ ਕੀ ਬਣਾਉਣਾ? ਯੂਨਿਟੀ 1 ਬਣਾਉਣਾ। ਜੇ ਇੱਥੇ ਆਲਰੇਡੀ 1 ਪਿਆ ਤਾਂ ਇੱਥੇ 1 ਬਣਾਉਣ ਦੀ ਲੋੜ ਨਹੀਂ ਹੈਗੀ, ਆਲਰੇਡੀ 1 ਬਣਿਆ ਪਿਆ। ਜੇ ਇੱਥੇ 1 ਨਹੀਂ ਹੈਗਾ, ਕੋਈ ਨੋਨ ਜ਼ੀਰੋ ਐਲੀਮੈਂਟ ਆ, 10 ਆ, -2 ਹੈ, 3 ਹੈ, 5 ਹੈ, 7 ਹੈ, ਕੁਝ ਵੀ ਹੈ, ਤਾਂ ਇੱਥੇ 1 ਬਣਾਉਣ ਦੀਆਂ 2 ਆਪਸ਼ਨਸ ਨੇ ਆਪਣੇ ਕੋਲੇ। ਜਾਂ ਤਾਂ ਇਸ ਨੋਨ ਜ਼ੀਰੋ ਐਲੀਮੈਂਟ ਦੇ ਨੀਚੇ ਕਿਸੇ ਰੋ ਦੇ ਕੋਲੇ 1 ਹੋ ਸਕਦਾ, ਫੋਲੋਇੰਗ ਰੋ ਦੇ ਕੋਲੇ ਕਿਸੇ ਕੋਲੇ 1 ਹੋ ਸਕਦਾ, ਉਸ ਰੋ ਨੂੰ ਇੰਟਰਚੇਂਜ ਕਰ ਲਓ। ਆਹ ਇੰਟਰਚੇਂਜ ਦਾ ਸਿੰਬਲ ਹੈ। ਜੇ ਕਿਸੇ ਰੋ ਦੇ ਕੋਲੇ 1 ਹੈ ਤਾਂ ਉਸ ਰੋ ਨੂੰ ਪਹਿਲੀ ਰੋ ਨਾਲ ਇੰਟਰਚੇਂਜ ਕਰ ਲਓ। ਠੀਕ ਹੈ। ਜੇ ਨੀਚੇ ਵਾਲੀ ਫੋਲੋਇੰਗ ਰੋ ਦੇ ਕਿਸੇ ਕੋਲੇ ਵੀ 1 ਨਹੀਂ ਹੈਗਾ ਤਾਂ ਇੱਕ ਸਟੈਂਡਰਡ ਪ੍ਰੋਸੈਸ ਕੀ ਆ? ਪਹਿਲੀ ਰੋ ਜਿਹਦੇ ਵਿੱਚ ਤੁਸੀਂ 1 ਬਣਾਉਣਾ ਚਾਹੁੰਦੇ ਹੋ ਤਾਂ ਉਸ ਰੋ ਨੂੰ A11 ਨਾਲ ਡਿਵਾਈਡ ਕਰ ਦਿਓ, ਕਿਉਂਕਿ A11 ਦੀ ਥਾਂ ਤੇ ਤੁਸੀਂ 1 ਬਣਾਉਣਾ, ਤਾਂ ਜਿੰਨਾ ਵੀ ਉੱਥੇ ਐਲੀਮੈਂਟ ਪਿਆ ਉਹਦੇ ਨਾਲ ਹੀ ਡਿਵਾਈਡ ਕਰ ਦਿਓ। ਜੇ ਉਹ ਪਲੱਸ ਦਾ ਤਾਂ ਪਲੱਸ ਦੀ ਵੈਲਿਊ ਨਾਲ ਡਿਵਾਈਡ ਕਰ ਦਿਓ, ਜੇ ਉਹ ਮਾਈਨਸ ਦਾ ਆ ਤਾਂ ਮਾਈਨਸ ਦੀ ਵੈਲਿਊ ਨਾਲ ਡਿਵਾਈਡ ਕਰ ਦਿਓ ਹਮੇਸ਼ਾ ਹੀ। ਬਾਕੀ ਰੋ ਦੇ ਵਿੱਚ ਜੋ ਮਰਜ਼ੀ ਬਣਦਾ ਬਣੀ ਜਾਵੇ, ਕੋਈ ਪ੍ਰੋਬਲਮ ਨਹੀਂ। ਤੁਸੀਂ A11 ਦੀ ਥਾਂ ਤੇ 1 ਬਣਾ ਲਓਗੇ, ਉਸੇ ਰੋ ਨਾਲ ਡਿਵਾਈਡ ਕਰਕੇ A11 ਨਾਲ 1 ਬਣ ਜਾਊਗਾ। ਹੋ ਜਾਊਗਾ ਨਾ ਸਟੈਪ? ਆਪਣੇ 3 ਸਟੈਪ ਕੰਪਲੀਟ ਹੋ ਗਏ। A11 ਦੀ ਜਗ੍ਹਾ ਤੇ ਨੋਨ ਜ਼ੀਰੋ ਬਣ ਗਿਆ, A11 ਦੀ ਜਗ੍ਹਾ ਤੇ ਯੂਨਿਟ ਬਣ ਗਿਆ। ਠੀਕ ਹੈ। ਹੁਣ ਤੁਹਾਡਾ ਕੰਮ ਕੀ ਆ? ਜਦੋਂ ਤੁਸੀਂ A11 ਦੀ ਜਗ੍ਹਾ ਤੇ ਨੋਨ ਜ਼ੀਰੋ ਬਣ ਗਿਆ, ਉਹਦੀ ਜਗ੍ਹਾ ਤੇ ਯੂਨਿਟੀ ਬਣ ਗਿਆ, ਹੁਣ ਤੁਹਾਡੀ ਪਹਿਲੀ ਰੋ ਆ ਜਿਹੜੀ ਪਾਈਵਟ ਰੋ ਬਣ ਜੂਗੀ। ਕੀ ਰੋ ਬਣ ਜੂਗੀ? ਚਾਬੀ ਵਾਲੀ ਰੋ ਬਣ ਜੂਗੀ। ਹੁਣ ਤੁਸੀਂ ਪਹਿਲੀ ਰੋ ਨੂੰ ਪਾਈਵਟ ਰੋ ਮੰਨ ਲੈਣਾ ਆ, ਪਹਿਲੀ ਰੋ ਦੇ ਉੱਤੇ ਕੋਈ ਆਪਰੇਸ਼ਨ ਨਹੀਂ ਲਾਉਣਾ। ਨੈਕਸਟ ਮੈਟ੍ਰਿਕਸ ਦੇ ਵਿੱਚ ਇੱਕ ਸਿੰਬਲ ਲਗਾਵਾਂਗੇ ਆਪਾਂ, ਨੈਕਸਟ ਮੈਟ੍ਰਿਕਸ ਜਿਹੜੀ ਤਿਆਰ ਕਰਾਂਗੇ ਆਹ ਵਾਲਾ ਸਿੰਬਲ ਯੂਜ਼ ਕਰਿਆ ਕਰਾਂਗੇ। ਉੱਪਰ ਵਾਲੀ ਮੈਟ੍ਰਿਕਸ ਤੋਂ ਬਾਅਦ ਜਦੋਂ ਵੀ ਆਪਾਂ ਨੈਕਸਟ ਮੈਟ੍ਰਿਕਸ ਲਿਖਾਂਗੇ ਆਪਾਂ ਆਹ ਵਾਲਾ ਸਿੰਬਲ ਲਿਖਾਂਗੇ। ਇਹਨੂੰ ਯੂਜ਼ ਕਰਦੇ ਹਾਂ ਇਕੁਇਵਲੈਂਟ ਮੈਟ੍ਰਿਕਸ ਦਾ, ਕਿ ਜੋ ਵੀ ਰੈਂਕ ਉੱਪਰ ਵਾਲੀ ਮੈਟ੍ਰਿਕਸ ਦਾ ਆਏਗਾ ਉਹ ਤੋਂ ਬਾਅਦ ਤਿਆਰ ਕੀਤੀ ਹੋਈ ਨੈਕਸਟ ਮੈਟ੍ਰਿਕਸ ਆ ਇਕੁਇਵਲੈਂਟ ਮੈਟ੍ਰਿਕਸ। ਇਕੁਅਲ ਦਾ ਸਿੰਬਲ ਨਹੀਂ ਪਾਉਣਾ, ਇਕੁਇਵਲੈਂਟ ਮੈਟ੍ਰਿਕਸ ਦਾ ਸਿੰਬਲ ਪਾਉਣਾ। ਨੈਕਸਟ ਮੈਟ੍ਰਿਕਸ ਜਿਹੜੀਆਂ ਵੀ ਬਣਨਗੀਆਂ ਆਹ ਵਾਲੇ ਸਿੰਬਲ ਨਾਲ ਹੀ ਲਿਖੀ ਜਾਣੀਆਂ ਨੇ, ਇਕੁਇਵਲੈਂਟ ਮੈਟ੍ਰਿਕਸ। ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਆ? ਨੈਕਸਟ ਮੈਟ੍ਰਿਕਸ ਦੇ ਵਿੱਚ ਪਹਿਲੀ ਰੋ ਆਪਣੀ ਪਾਈਵਟ ਰੋ ਆ, ਸੇਮ ਐਜ਼ ਇਟ ਇਜ਼ ਉਹੀ ਲਿਖ ਦੇਣੀ ਆਪਾਂ ਨੇ, ਲਿਖ ਲਈ। ਹੁਣ ਉਸ ਤੋਂ ਬਾਅਦ ਜਿਹੜੀ ਪਹਿਲੀ ਰੋ ਨੂੰ ਆਪਾਂ ਨੇ ਪਾਈਵਟ ਰੋ ਮੰਨਿਆ, ਇਹਦੇ ਉੱਪਰ ਕੋਈ ਆਪਰੇਸ਼ਨ ਨਹੀਂ ਲਗਾਉਣਾ। ਇਹਦੀ ਹੈਲਪ ਦੇ ਨਾਲ ਜਿਹੜਾ ਤੁਹਾਡਾ A11 ਪਹਿਲਾ ਡਾਇਗਨਲ ਐਲੀਮੈਂਟ ਹੈ ਉਹਦੇ ਨੀਚੇ ਜ਼ੀਰੋਜ਼ ਬਣਾਉਣਾ। ਫੋਲੋਇੰਗ ਰੋਜ਼ ਦੇ ਵਿੱਚ ਨੀਚੇ ਜ਼ੀਰੋਜ਼ ਬਣਾਉਣਾ। ਪਹਿਲੀ ਰੋ ਨੂੰ ਪਾਈਵਟ ਰੋ ਮੰਨਦੇ ਹੋਏ ਪਹਿਲੀ ਰੋ ਨੂੰ ਕੋਈ ਵੀ ਸੂਟੇਬਲ ਐਲੀਮੈਂਟ ਨਾਲ ਮਲਟੀਪਲਾਈ ਕਰ ਲੈਣਾ, ਬਾਕੀ ਰੋਜ਼ ਦੇ ਵਿੱਚ ਐਡ ਜਾਂ ਸਬਟਰੈਕਟ ਕਰਨਾ। ਮੈਂ ਸੂਟੇਬਲ ਸ਼ਬਦ ਬੋਲਿਆ, ਸਾਹਮਣੇ ਜਿੱਦਾਂ ਦਾ ਵੀ ਐਲੀਮੈਂਟ ਪਿਆ ਉੱਦਾਂ ਦੇ ਐਲੀਮੈਂਟ ਨਾਲ ਮਲਟੀਪਲਾਈ ਕਰ ਲਓ। 7 ਪਿਆ ਤਾਂ 7 ਨਾਲ ਮਲਟੀਪਲਾਈ ਕਰ ਲਓ, 10 ਪਿਆ ਤਾਂ 10 ਨਾਲ ਮਲਟੀਪਲਾਈ ਕਰ ਲਓ, 15 ਪਿਆ ਤਾਂ 15 ਨਾਲ ਮਲਟੀਪਲਾਈ ਕਰ ਲਓ, 1/7 ਪਿਆ ਤਾਂ 1/7 ਨਾਲ ਮਲਟੀਪਲਾਈ ਕਰ ਲਓ। ਐਡ ਕਰਨਾ ਤਾਂ ਐਡ ਕਰ ਲਓ, ਮਾਈਨਸ ਕਰਨਾ ਤਾਂ ਮਾਈਨਸ ਕਰ ਲਓ, ਉੱਥੇ ਬਸ ਜ਼ੀਰੋ ਬਣ ਜਾਵੇ। ਇੰਨਾ ਕੁ ਤਾਂ ਕਰ ਸਕਦੇ ਹੋ। ਜਦੋਂ 1 ਦੇ ਨੀਚੇ ਜ਼ੀਰੋਜ਼ ਬਣ ਗਿਆ ਤਾਂ ਆਪਣੇ ਇੱਕ ਕੰਮ ਕੰਪਲੀਟ ਹੋਇਆ। ਇੱਕ ਕਾਲਮ ਸੈਚੁਰਾਈਜ਼ਡ ਹੋ ਗਈ, ਇਹਨੂੰ ਸੈਚੁਰਾਈਜ਼ਡ ਕਰਨਾ ਕਹਿੰਦੇ ਆ। ਇੱਕ ਕਾਲਮ ਆਪਣੀ ਸੈਚੁਰਾਈਜ਼ਡ ਹੋ ਜਾਏਗੀ। ਇਸ ਤੋਂ ਬਾਅਦ ਆਵਾਂਗੇ ਆਪਾਂ ਸੈਕਿੰਡ ਕੰਮ ਤੇ, ਸੈਕਿੰਡ ਸਟੈਪ ਤੇ। ਸੈਕਿੰਡ ਸਟੈਪ ਕੀ ਹੋਊਗਾ? ਹੁਣ ਆਪਾਂ ਚੱਲਾਂਗੇ ਸੈਕਿੰਡ ਡਾਇਗਨਲ ਐਲੀਮੈਂਟ ਵੱਲ। ਸੈਕਿੰਡ ਡਾਇਗਨਲ ਐਲੀਮੈਂਟ A22, ਦੂਜੀ ਰੋ ਦਾ ਦੂਜਾ ਐਲੀਮੈਂਟ। ਇਹਨੂੰ ਚੈੱਕ ਕਰਾਂਗੇ ਕੀ ਇਹ ਨੋਨ ਜ਼ੀਰੋ ਹੈ ਜਾਂ ਜ਼ੀਰੋ ਹੈ।
जे बाई चांस 0 आ सैकेंड रो का सैकेंड एलीमेंट, तो नीचे वाली फॉलोइंग रो नू उपरों नहीं इंटरचेंज करना कुछ भी, नीचे वाली फॉलोइंग रो नू इंटरचेंज करके उसकी जगह पर आप A22 की जगह पर नॉन जीरो बनावांगे। जे A22 पहला ही नॉन जीरो आ फिर ये स्टैप लाने की जरूरत नहीं हैगी। समझ लग रहा? हाले मैं ऑरली दस रहा, इस तो बाद मैं तुहानू कोई एग्जाम्पल सामने रख के समझाऊंगा। जदों A22 तुहाडा नॉन जीरो बन जाएगा, उस तो बाद A22 नूं तुसीं यूनिटी बनाउणा। यूनिटी बनाउण दा भी सेम वही पैटर्न है। जे A22 पहला ही यूनिटी है तो स्टैप लगाउण दी लोड़ है नहीं गी। जे A22 की जगह पर नॉन जीरो पिया 15 10 -7 2 कुछ भी है, तो नीचे वाली रो के कोले फॉलोइंग रो के कोले तीजी रो के कोले जे यूनिटी है तो उहदे नाल इंटरचेंज कर लो। जे नहीं हैगा तो हुण दूजी रो नूं A22 नाल ही डिवाइड कर दो, जो भी A22 पिया, तो A22 की जगह पर तुहाडे कोले की बन जाएगा, यूनिटी आ जाएगा। A22 की जगह पर जो यूनिटी आ गया, हुण A22 की बन जाएगी, पाइवट रो बन जाएगी। A22 की आ जाएगी, पाइवट रो। हुण A22 नूं पाइवट रो मान लेना, चाबी वाली रो मान लेना। हुण नैक्सट मैट्रिक्स जिहड़ी बन जाएगी इदां दे सिंबल दे नाल आपां नैक्सट मैट्रिक्स नूं की कहांगे, पाइवट रो। नैक्सट मैट्रिक्स दे विच सैकेंड रो नूं पाइवट रो लिख लांगे। सेम ही जिहड़ी प्रीवियस रो दे विच बनी सीगी उही प्रीवियस मैट्रिक्स दे विच जो सैकेंड रो सी पहला आपां उही रो लिख लांगे नैक्सट मैट्रिक्स दे विच, क्योंकि इह तां चेंज नहीं होनी, ये तो सेम ही लिखी जाएगी। चेंज किहड़ियां होणगियां, अदर रोज होणगियां। जो प्रीवियस मैट्रिक्स दे विच सैकेंड रो बनी सी डिवाइड करन तो बाद उही नैक्सट मैट्रिक्स दे विच सैकेंड रो लिख दांगे। हुण आपां सैकेंड रो नूं पाइवट रो मन्निया होया, एरो पा के लिख दिओ कि ये सैकेंड रो है जिहड़ी अपनी पाइवट रो आ, ब्रैकेट च लिख दिओ की रो, चाबी वाली रो। लिखना तुहाडी मर्जी आ, नहीं लिखना तां भी तुहाडी मर्जी आ, बट स्टैंडर्ड प्रोसैस च लिखदे आ पाइवट रो जां की रो। हुण तुसीं सैकेंड रो नूं पाइवट रो मनदे होए सैकेंड रो दे नूं सूटेबल एलीमेंट नाल मल्टीप्लाई करके अदर रोज दे विच ऐड या सबट्रैक्ट करना। सैकेंड रो नूं सूटेबल एलीमेंट नाल मल्टीप्लाई करना आ ताकि अदर रोज च इहदे उपर अते नीचे जीरोज बन जाण। सैकेंड रो नूं किसी भी सूटेबल एलीमेंट नाल मल्टीप्लाई करना आ ताकि ये उपर पहली रो दे विच भी 1 के उपर भी कुछ पिया होगा उसकी जगह पर जीरो बन जाए, थर्ड रो दे विच 1 के नीचे भी जीरो बन जाए। एक गल का तुसीं होर ध्यान दोगे, जे तुसीं सही तरीके नाल काम करोगे तो 1 के उपर जो जीरो बनाओगे 1 के नीचे जो कुछ जीरो बनाओगे तो तुहाडी पहली कॉलम दे विच कोई चेंजिज नहीं आउणगे। पहली कॉलम सैचुराइज हुई हुई है ना, पहली कॉलम किदां दी बनी हुई आ, 1 0 0। पहली कॉलम का पहला एलीमेंट 1 है, उसके नीचे की बनया होया 0 0। जदों तुसीं आ सैकेंड रो वाले ऑपरेशन लाओगे उन्हां दे उपर कोई इफैक्ट नहीं पऊगा, वो 1 0 0 1 0 0 1 0 0 एवें चलते रहणगे। जे वो सही चल रहे हैं तो तुहाडा वर्क सही हो रहा। पहली कॉलम सैचुराइज हुई हुई है उसदे कोई फर्क नहीं पऊगा जे तुहाडे ऑपरेशन सही चल रहे हैं। जे उन्हां दे विच फर्क पै रहा तो यदा मतलब तुहाडे ऑपरेशन किते ना किते गलत चल रहे हैं। इस गल का ध्यान रखियो, वो सैचुराइज होए हुए ने उन्हां ते कोई इफैक्ट नहीं पैना जे तुहाडे ऑपरेशन सही ने। जदों तुहाडा सैकेंड डायगोनल एलीमेंट 1 बन गया, उसदे उपर ते नीचे जीरोज बन गए, इसका मतलब तुहाडी सैकेंड कॉलम भी सैचुराइज होगी। सैकेंड कॉलम किदां दी बनूगी, 0 1 0, क्योंकि सैकेंड कॉलम दे विच सैकेंड रो का एलीमेंट कितना 1 है, ਉਹਦੇ ਤੁਸੀਂ ਉੱਪਰ ਤੇ ਨੀਚੇ 0 ਬਣਾ ਲਿਆ, ਤੁਹਾਡੇ 2 ਸਟੈਪ ਕੰਪਲੀਟ ਹੋ ਗਏ। ਠੀਕ ਹੈ, ਹੁਣ ਆਪਾਂ ਚੱਲਾਂਗੇ ਥਰਡ ਸਟੈਪ ਦੇ ਵਿੱਚ, ਥਰਡ ਡਾਇਗੋਨਲ ਐਲੀਮੈਂਟ ਵਾਲਾ। ਥਰਡ ਡਾਇਗੋਨਲ ਐਲੀਮੈਂਟ ਕਿਹੜਾ ਆ, ਤੀਜੀ ਰੋ ਦਾ ਤੀਜਾ ਐਲੀਮੈਂਟ। ਇਹ ਚੈੱਕ ਕਰੋਗੇ, ਇਨਸ਼ੋਰ ਕਰੋਗੇ ਕਿ ਇਹ ਨॉन ਜ਼ੀਰੋ ਹੈ। ਜੇ ਇਹ ਜ਼ੀਰੋ ਆ ਤਾਂ ਚੌਥੀ ਕਾਲਮ ਨੂੰ ਇੰਟਰਚੇਂਜ ਕਰਕੇ ਇਹਦੀ ਜਗ੍ਹਾ ਤੇ ਕੀ ਬਣਾ ਲਾਂਗੇ, ਨॉन ਜ਼ੀਰੋ। ਮੋਸਟਲੀ ਇਹ ਨॉन ਜ਼ੀਰੋ ਹੀ ਹੁੰਦਾ। ਜੇ ਇਹ ਨॉन ਜ਼ੀਰੋ ਆ ਤਾਂ ਇਹਦੀ ਜਗ੍ਹਾ ਤੇ ਕੀ ਬਣਾਵਾਂਗੇ ਆਪਾਂ, यूनिटी। यूनिटी किवें बनाउणा, जे दी जगह ते यूनिटी नहीं हैगा तो चौथी कॉलम चो इंटरचेंज करके दी जगह ते यूनिटी बना लो। मोस्टली चौथी कॉलम होंदी नहीं, 3 बाई 3 दियां एग्जाम्पल्स ही ने ज़्यादातर तुहाडे बुक दे विच। ठीक है, अदरवाइज इहदी जगह ते यूनिटी किवें बनावांगे, हुण तक तां आपां बहुत चंगे तरीके नाल सिख गए। तीजी कॉलम नूं किहदे नाल डिवाइड करांगे, तीजी कॉलम नूं किहदे नाल डिवाइड करांगे भी, हाँ जी, थर्ड कॉलम नूं किहदे नाल डिवाइड करांगे, हाँ भी
ਆ ਤੁਸੀਂ ਦੱਸ ਦਿਓ, ਆ ਲੜਕੀ। ਹਾਂਜੀ, ਥਰਡ ਕਾਲਮ ਨੂੰ ਕਿਹਦੇ ਨਾਲ ਡਿਵਾਈਡ ਕਰਾਂਗੇ? ਸ਼ਾਬਾਸ਼, ਸਦਕੇ ਜਾਈਏ। ਆਪਾਂ ਤਾਂ ਐਲੀਮੈਂਟਰੀ ਰੋ ਟਰਾਂਸਫਰਮੇਸ਼ਨ ਕਰ ਰਹੇ ਹਾਂ, ਕਾਲਮ ਨੂੰ ਤਾਂ ਡਿਵਾਈਡ ਹੀ ਨਹੀਂ ਕਰਨਾ। ਬੈਠੋ, ਕਾਲਮ ਦੀ ਤਾਂ ਗੱਲ ਹੀ ਨਹੀਂ ਕਰਨੀ, ਆਪਾਂ ਤਾਂ ਰੋ ਦੀ ਗੱਲ ਕਰ ਰਹੇ ਹਾਂ। ਥਰਡ ਰੋ ਨੂੰ ਡਿਵਾਈਡ ਕਰਨਾ। ਖੁਸ਼ਬੂ, ਥਰਡ ਰੋ ਨੂੰ ਕਿਹਦੇ ਨਾਲ ਡਿਵਾਈਡ ਕਰਨਾ? ਕਿਹੜੇ ਨੰਬਰ ਨਾਲ? ਥਰਡ ਰੋ ਨੂੰ ਕਿਹਦੇ ਨਾਲ ਡਿਵਾਈਡ ਕਰਨਾ? ਹਾਂਜੀ ਸਵਾਨ, ਥਰਡ ਰੋ ਨੂੰ ਕਿਹਦੇ ਨਾਲ ਡਿਵਾਈਡ ਕਰਨਾ? ਸਹੀ ਆਨਸਰ ਨਹੀਂ ਮਿਲ ਰਿਹਾ ਮੈਨੂੰ। ਅਮਨ ਕੌਰ, 1 ਰੋਲ ਨੰਬਰ ਅਮਨ ਕੌਰ। ਥਰਡ ਰੋ ਨੂੰ ਕਿਹਦੇ ਨਾਲ ਡਿਵਾਈਡ ਕਰਨਾ? ਕਿਹੜੇ ਨੰਬਰ ਨਾਲ? A33 ਕਿਉਂ ਨਹੀਂ ਕਹਿੰਦੇ? ਬਸ ਇੰਨੀ ਗੱਲ ਹੈ। ਉੱਥੇ ਆਪਾਂ ਲਿਖਣਾ ਵੀ ਆ ਨਾ, R3 equals to R3 into 1 over A33। ਆਪਾਂ ਨੇ ਆਪਰੇਸ਼ਨ ਚੈੱਕ ਕਰਨ ਵਾਲੇ ਨੂੰ ਸਹੀ ਲਿਖਣੇ ਆ। ਉਹ ਵੀ ਉਹੀ ਗੱਲ ਬੋਲ ਰਹੀ ਹੈ, ਉਹ ਵੀ ਉਹੀ ਗੱਲ ਬੋਲ ਰਿਹਾ, ਬਟ ਸਹੀ ਆਪਰੇਸ਼ਨ ਨਹੀਂ ਕੋਈ ਵੀ ਬੋਲ ਰਿਹਾ। ਗੱਲ ਇਹਨਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਪਤਾ ਨਹੀਂ ਕੀ ਕਹਿ ਰਹੇ ਨੇ, ਮੈਨੂੰ ਸਮਝ ਨਹੀਂ ਲੱਗਿਆ। ਆਪਾਂ ਨੇ A33 ਨਾਲ ਡਿਵਾਈਡ ਕਰਨਾ R3 ਨੂੰ, ਤਾਂ ਕਿ ਉਹਦੀ ਜਗ੍ਹਾ ਤੇ 1 ਬਣ ਜਾਵੇ। ਤੀਜੀ ਰੋ ਦੇ ਤੀਜੇ ਐਲੀਮੈਂਟ ਨਾਲ ਡਿਵਾਈਡ ਕਰਨਾ R3 ਨੂੰ, ਤੀਜੀ ਰੋ ਦੀ ਤੀਜੇ ਐਲੀਮੈਂਟ ਨਾਲ ਡਿਵਾਈਡ ਕਰਨਾ R3 ਨੂੰ। ਹੁਣ ਥਰਡ ਰੋ ਦੇ ਥਰਡ ਐਲੀਮੈਂਟ ਦੀ ਜਗ੍ਹਾ ਤੇ ਕੀ ਬਣ ਜਾਊਗਾ? 1। ਹੁਣ ਇਹਦੇ ਉੱਪਰ ਜ਼ੀਰੋਜ਼ ਬਣਾਉਣੀਆਂ ਨੇ, ਉੱਪਰ। ਹੁਣ ਇੱਦਾਂ ਥਰਡ ਰੋ ਦੇ ਥਰਡ ਐਲੀਮੈਂਟ ਨਾਲ ਡਿਵਾਈਡ ਕਰਨ ਤੋਂ ਬਾਅਦ ਜਿਹੜੀ ਥਰਡ ਰੋ ਆ, ਇਹ ਕੀ ਬਣ ਜਾਏਗੀ? ਪਾਈਵਟ ਰੋ। ਬਟ ਕਿਹਦੇ ਵਿੱਚ? ਨੈਕਸਟ ਮੈਟ੍ਰਿਕਸ ਦੇ ਵਿੱਚ। ਹੁਣ ਆਪਾਂ ਇੱਕ ਨੈਕਸਟ ਮੈਟ੍ਰਿਕਸ ਬਣਾਵਾਂਗੇ ਇਕੁਇਵਲੈਂਟ ਦੇ ਸਿੰਬਲ ਦੇ ਨਾਲ। ਨੈਕਸਟ ਮੈਟ੍ਰਿਕਸ ਦੇ ਵਿੱਚ ਆਪਾਂ ਕੀ ਲਿਖਾਂਗੇ? ਆਪਣੇ ਕੋਲ ਇੱਥੇ ਕੀ ਬਣ ਜਾਊਗਾ? 0 0 1 ਬਣ ਜਾਊਗਾ। ਆ ਹੋਊਗੀ ਆਪਣੇ ਕੋਲੇ ਪਾਈਵਟ ਰੋ, ਜਾਂ ਕੀ ਬਣ ਜਾਏਗੀ? ਕੀ ਰੋ। ਇੱਥੇ ਤੁਹਾਡੇ ਕੋਲੇ 1 0 0 ਹੈ, ਇੱਥੇ ਤੁਹਾਡੇ ਕੋਲੇ 0 1 0 ਆ। ਸਿਰਫ ਇਹਦੀ ਜਗ੍ਹਾ ਤੇ ਚੇਂਜਸ ਹੋਣਗੇ, ਕਿਉਂਕਿ ਆਹ ਸੈਚੁਰਾਈਜ਼ ਹੋ ਚੁੱਕੀ ਹੈ, 1 0 0 ਬਣ ਚੁੱਕਿਆ। ਆਹ ਸੈਚੁਰਾਈਜ਼ ਹੋ ਚੁੱਕੀ ਹੈ, 0 1 0 ਬਣ ਚੁੱਕਿਆ। ਆਹ ਤੁਸੀਂ 1 ਹੁਣੀ ਬਣਾਇਆ, R3 ਨੂੰ 1 A33 ਨਾਲ ਡਿਵਾਈਡ ਕਰਕੇ ਬਣਾਇਆ। ਸਿਰਫ ਇੱਥੇ ਕੁਛ ਨਾ ਕੁਛ ਬਣੂਗਾ, ਆਹ ਚੇਂਜਸ ਹੋਣਗੇ। ਹੁਣ ਤੁਸੀਂ ਕੀ ਲਿਖਣਾ ਆ ਕਿ R1 equals to R1 ਪਲੱਸ ਜਾਂ ਮਾਈਨਸ ਕਰਨਾ ਕੁਛ ਵੀ, R2 equals to R2 ਪਲੱਸ ਜਾਂ ਮਾਈਨਸ ਕਰਨਾ ਕੁਛ। ਆਹ ਤੁਹਾਡਾ ਮੌਕੇ ਦੀ ਸਥਿਤੀ ਦੇ ਅਨੁਸਾਰ ਡਿਸੀਜਨ ਲੈਣਾ ਪਊਗਾ ਵੀ ਐਡ ਜਾਂ ਸਬਟਰੈਕਟ ਕਰੀਏ R3 ਦੇ ਨਾਲ, R3 ਦੇ ਨਾਲ, ਕਿਉਂਕਿ ਥਰਡ ਰੋ ਤੁਹਾਡੀ ਪਾਈਵਟ ਰੋ ਆ। ਥਰਡ ਰੋ ਨੂੰ ਮਲਟੀਪਲਾਈ ਕਿਹਦੇ ਨਾਲ ਕਰੀਏ? ਐਡ ਕਰੀਏ, ਸਬਟਰੈਕਟ ਕਰੀਏ। ਉਵੇਂ ਹੀ R2 ਦੇ ਵਿੱਚ ਮਲਟੀਪਲਾਈ ਕਰਨਾ ਜਾਂ ਐਡ ਕਰਨਾ ਜਾਂ ਮਾਈਨਸ ਕਰਨਾ, ਕਿਸੇ ਚੀਜ਼ ਨਾਲ ਮਲਟੀਪਲਾਈ ਕਰਕੇ R3 ਨੂੰ। ਐਦਾਂ ਕਰਨ ਦੇ ਨਾਲ ਤੁਹਾਡੀ ਸੈਕਿੰਡ ਰੋ, ਫਸਟ ਰੋ ਦੇ ਵਿੱਚ ਵੀ ਇੱਥੇ 0 ਬਣ ਜਾਏਗਾ, ਸੈਕਿੰਡ ਰੋ ਦੇ ਵਿੱਚ ਵੀ 0 ਬਣ ਜਾਏਗਾ। ਇਹ ਥਰਡ ਸਟੈਪ ਕੰਪਲੀਟ ਹੋਊਗਾ। ਫਾਈਨਲੀ ਤੁਹਾਡੇ ਕੋਲੇ ਕੀ ਹੋਊਗਾ? ਐਦਾਂ ਕੰਮ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਜਾ ਕੇ ਤੁਹਾਡੇ ਕੋਲੇ ਨੰਬਰ ਆਫ ਨੋਨ ਜ਼ੀਰੋ ਰੋਜ਼ ਬਚਣਗੀਆਂ। ਕਿਸੇ ਮੈਟ੍ਰਿਕਸ ਦੇ ਵਿੱਚ 2 ਨੋਨ ਜ਼ੀਰੋ ਰੋਜ਼ ਬਚਦੀਆਂ ਨੇ ਤਾਂ ਰੈਂਕ 2 ਆ ਜਾਊਗਾ। ਕਿਸੇ ਮੈਟ੍ਰਿਕਸ ਦੇ ਵਿੱਚ 1 ਨੋਨ ਜ਼ੀਰੋ ਰੋ ਬਚਦੀ ਹੈ ਤਾਂ 1 ਰੈਂਕ ਆ ਗਿਆ। ਕਿਸੇ ਮੈਟ੍ਰਿਕਸ ਦੇ ਵਿੱਚ 3 ਨੋਨ ਜ਼ੀਰੋ ਰੋ ਬਚਦੀਆਂ ਨੇ ਤਾਂ ਰੈਂਕ 3 ਆ ਗਿਆ। ਇਹ ਤਾਂ ਮੈਂ 3 ਰੋ ਵਾਲੇ ਮੈਟ੍ਰਿਕਸ ਤੇ ਸਮਝਾ ਰਿਹਾ। ਬੁੱਕ ਦੇ ਵਿੱਚ 5 ਰੋ ਨੋਨ ਜ਼ੀਰੋ ਰੋਜ਼ ਵੀ ਹੋਣਗੀਆਂ। ਹਾਂ, 5 ਰੋ ਵਾਲਾ ਮੈਟ੍ਰਿਕਸ ਵੀ ਹੋਏਗੀ, 5 ਰੋ ਵਾਲੀ ਮੈਟ੍ਰਿਕਸ। ਜੇ ਆਪਾਂ ਡਿਟਰਮੀਨੈਂਟ ਮੈਥਡ ਨਾਲ ਕੱਢਣ ਲੱਗ ਜਾਈਏ 1 ਘੰਟਾ ਲੱਗ ਜਾਏਗਾ। ਜੇ ਆਪਾਂ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਨਾਲ ਕੱਢਾਂਗੇ ਹਾਰਡਲੀ 7 ਜਾਂ 8 ਮਿੰਟ ਲੱਗਣਗੇ। ਬਹੁਤ ਹੀ ਜ਼ਿਆਦਾ ਟਾਈਮ ਸੇਵਿੰਗ ਮੈਥਡ ਹੈ ਇਹ, ਕੰਪੈਰੇਟਿਵ ਟੂ ਡਿਟਰਮੀਨੈਂਟ ਮੈਥਡ। ਠੀਕ ਹੈ, ਲਾਈਟ ਆ ਜਾਵੇ ਆਪਾਂ ਚਲਾ ਕੇ ਹੁਣੇ ਦਿਖਾ ਦਾਂਗੇ। ਠੀਕ ਹੈ, ਕੋਈ ਮੈਂ ਸਮਾਂ ਆ ਜਾਵੇ, ਮੈਂ ਦੇਖਦਾ ਸ਼ਾਇਦ ਲਾਈਟ ਆ ਨਾ ਗਈ ਹੋਵੇ। ਨਹੀਂ ਆਈ ਨਹੀਂ। ਸੋ ਇੱਕ ਵਾਰੀ ਮੈਂ ਫਿਰ ਰਿਵਾਈਜ਼ ਕਰ ਦਿੰਦਾ। ਇਹ ਜਿਹੜਾ ਮੈਥਡ ਆਪਣਾ, ਇਹ ਰੈਂਕ ਦੇ ਲਈ ਵੀ ਕੰਮ ਆਉਂਦਾ। ਇਹੀ ਮੈਥਡ ਆਪਣਾ ਗੌਸ ਐਲੀਮੀਨੇਸ਼ਨ ਮੈਥਡ ਦੇ ਲਈ ਵੀ ਕੰਮ ਆਉਂਦਾ। ਇਹੀ ਮੈਥਡ ਆਪਣਾ ਇਨਵਰਸ ਦੇ ਲਈ ਵੀ ਕੰਮ ਆਉਂਦਾ। ਲੈਫਟ ਸਾਈਡ ਤੇ ਆਪਾਂ A ਮੈਟ੍ਰਿਕਸ ਰੱਖ ਲਾਂਗੇ, ਰਾਈਟ ਸਾਈਡ ਤੇ ਆਈਡੈਂਟੀਟੀ ਮੈਟ੍ਰਿਕਸ ਰੱਖ ਲਾਂਗੇ।
ਲੈਫਟ ਸਾਈਡ ਤੇ ਆਪਾਂ A ਦੀ ਆਈਡੈਂਟੀਟੀ ਬਣਾਉਂਦੇ ਜਾ ਰਹੇ ਹੁੰਦੇ ਆ, ਰਾਈਟ ਸਾਈਡ ਤੇ ਆਪਾਂ ਆਈਡੈਂਟੀਟੀ ਦੇ ਉੱਪਰ ਜਿਹੜੇ ਜਿਹੜੇ ਆਪਰੇਸ਼ਨ ਲੱਗਦੇ ਨੇ ਲੈਫਟ ਸਾਈਡ ਤੇ ਉਹੀ ਆਪਾਂ ਆਈਡੈਂਟੀਟੀ ਤੇ ਲਗਾ ਕੇ A ਦਾ ਇਨਵਰਸ ਪਤਾ ਕਰਦੇ ਆ। +2 ਦੇ ਵਿੱਚ ਤੁਸੀਂ ਕਰਦੇ ਹੋਵੋਗੇ ਇਹ ਕੰਮ। ਇਹੀ ਕੰਮ ਆਪਾਂ ਨਾਰਮਲਾਈਜੇਸ਼ਨ ਦੇ ਵਿੱਚ ਵੀ ਲੈ ਕੇ ਜਾਂਦੇ ਹੁੰਦੇ ਆ, A ਨੂੰ ਨਾਰਮਲਾਈਜੇਸ਼ਨ ਮੈਟ੍ਰਿਕਸ 'ਚ ਕਨਵਰਟ ਕਰ ਦਿੰਦੇ ਆ। ਇਹੀ ਮੈਥਡ ਤੁਸੀਂ ਨਾਰਮਲਾਈਜੇਸ਼ਨ ਦੇ ਵਿੱਚ PAQ ਮੈਟ੍ਰਿਕਸ ਦੇ ਵਿੱਚ ਲਿਖਦੇ ਹੁੰਦੇ ਹੋਵੋਗੇ। ਲੈਫਟ ਸਾਈਡ ਤੇ A ਮੈਟ੍ਰਿਕਸ, ਰਾਈਟ ਸਾਈਡ ਤੇ ਕੈਪੀਟਲ PA ਕੈਪੀਟਲ Q ਮੈਟ੍ਰਿਕਸ ਰੱਖਦੇ ਸੀ, ਯਾਦ ਹੈ ਕਿ ਨਹੀਂ? PAQ ਮੈਟ੍ਰਿਕਸ ਪਤਾ ਕਰਦੇ ਸੀ, P ਅਤੇ Q ਮੈਟ੍ਰਿਕਸ। ਇੱਕ ਡਾਇਰੈਕਟ ਮੈਟ੍ਰਿਕਸ ਵੀ ਨਾਲ XYZ ਦੀਆਂ ਵੈਲਿਊਜ਼ ਪਤਾ ਕਰਦੇ ਹੁੰਦੇ ਸੀਗੇ। A ਤੋਂ A ਦਾ ਇਨਵਰਸ ਪਤਾ ਕਰਕੇ A ਦੇ ਇਨਵਰਸ ਨੂੰ ਕੈਪੀਟਲ B ਕੌਂਸਟੈਂਟ ਵੈਕਟਰ ਦੇ ਨਾਲ ਮਲਟੀਪਲਾਈ ਕਰਕੇ ਕੈਪੀਟਲ X ਦੀਆਂ ਵੈਲਿਊਜ਼ ਕੱਢਦੇ ਸੀ। ਹੈਗਾ ਸੀ ਕਿ ਨਹੀਂ? ਫਲੈਸ਼ਬੈਕ ਦੇ ਵਿੱਚ ਜਾਓ, ਪੁਰਾਣਾ ਮੈਟ੍ਰਿਕਸ ਵਾਲਾ ਚੈਪਟਰ ਖੋਲ ਕੇ +2 ਦੀਆਂ ਬੁੱਕਸ ਦੇ ਵਿੱਚੋਂ ਅੱਜ ਪੜ੍ਹੋ। ਕੱਲ ਆਪਾਂ ਸਾਰੇ ਦੀ ਰਿਵਿਊ ਕਰਾਂਗੇ, ਕੱਲ ਨੂੰ ਇਸ ਚੈਪਟਰ ਨੂੰ ਫਿਨਿਸ਼ ਕਰਾਂਗੇ। ਲਾਈਟ ਆ ਗਈ ਤਾਂ ਹੁਣੇ ਫਿਨਿਸ਼ ਕਰ ਦਾਂਗੇ। ਆ ਕਰ ਦਿਓ ਕਲੋਜ਼ ਥੋੜਾ ਜਿਹਾ।